मेरे नाल आ जाओ 33वां चैप्टर उत्पत्ति और असी इसकी 15 आयत तो लैके इस चैप्टर के अखीर तक 20 आयत तक देखेंगे जिसमें मिल जाए वो मैं पढ़ दूँ पास्टर जी। सो ਇਹ ਹੈਗਾ ਪੰਨਾ 49 49। ਈਸਾऊ ਨੇ ਕਿਹਾ ਤਾਂ ਮੈਂ ਫਿਰ ਆਪਣੇ ਕੁਝ ਆਦਮੀਆਂ ਨੂੰ ਤੇਰੇ ਨਾਲ ਛੱਡ ਜਾਂਦਾ ਹਾਂ। ਉਸਨੇ ਉੱਤਰ ਦਿੱਤਾ, ਨਹੀਂ, ਉਹਨਾਂ ਦੀ ਕੋਈ ਲੋੜ ਨਹੀਂ, ਬਸ ਮੈਨੂੰ ਤਾਂ ਤੁਹਾਡੀ ਕਿਰਪਾ ਦੀ ਲੋੜ ਹੈ। ਸੋ ਈਸਾऊ ਉਸੇ ਦਿਨ ਸ਼ਈਰ ਵੱਲ ਮੁੜ ਗਿਆ, ਪਰ ਯਾਕੂਬ ਸਕੇਤੀ ਵੱਲ ਚਲਾ ਗਿਆ। ਉਹ ਉੱਥੇ ਆਪਣੇ ਲਈ ਘਰ ਬਣਾ ਕੇ ਰਹਿਣ ਲੱਗਾ, ਇਸੇ ਲਈ ਉਸ ਥਾਂ ਦਾ ਨਾਂ ਸਕੋਤ ਪੈ ਗਿਆ। ਸੋ ਯਾਕੂਬ ਪਦਮ ਆਰਾਮ ਤੋਂ ਕਨਾਨ ਦੇਸ਼ ਵਿੱਚ ਪਹੁੰਚ ਗਿਆ, ਜਿੱਥੇ ਉਹ ਸ਼ਕਮ ਨਗਰ ਦੇ ਲਾਗੇ ਰਹਿਣ ਲੱਗਾ। ਉਸਨੇ ਹਮੋਰ ਦੀ ਸੰਤਾਨ ਕੋਲੋਂ ਅਰਥਾਤ ਸ਼ਕਮ ਦੇ ਪਿਤਾ ਕੋਲੋਂ 100 ਚਾਂਦੀ ਦੇ ਸਿੱਕਿਆਂ ਨਾਲ ਇੱਕ ਖੇਤ ਦਾ ਕੁਝ ਹਿੱਸਾ ਮੁੱਲ ਲੈ ਲਿਆ, ਜਿੱਥੇ ਉਸਨੇ ਆਪਣੇ ਤੰਬੂ ਲਾਏ। ਉੱਥੇ ਹੀ ਉਸਨੇ ਇੱਕ ਵੇਦੀ ਬਣਾਈ, ਜਿਸ ਦਾ ਨਾਂ ਉਸਨੇ ਇਲੋ ਇਜ਼ਰਾइल ਦਾ ਪਰਮੇਸ਼ਵਰ ਰੱਖਿਆ। ਸੋ ਹੁਣ ਉਹ ਉੱਥੇ ਵਸਣ ਲੱਗੇ, ਉੱਥੇ ਰਹਿਣ ਲੱਗੇ, ਪਰ ਉਹ ਸਕੋਥ ਦੇ ਵਿੱਚ ਕਿਉਂ, ਉਹ ਇਸ ਇਲਾਕੇ ਦੇ ਵਿੱਚ ਕਿਉਂ ਠਹਿਰ ਗਿਆ? ਉਹਨੇ ਤਾਂ ਪ੍ਰਭੂ ਦੇ ਨਾਲ ਵਾਅਦਾ ਕੀਤਾ ਸੀ, ਉਹ ਪੱਥਰ ਦਾ ਮੋਨੂਮੈਂਟ ਖੜਾ ਕਰਕੇ ਕਿ ਮੈਂ ਬੈਥੇਲ ਦੇ ਵਿੱਚ ਆਵਾਂਗਾ, ਕਿਉਂਕਿ ਉੱਥੇ ਉਸਨੂੰ ਹਰਿਆਲੀ ਦਿਸੀ, ਜਿਸ ਤਰ੍ਹਾਂ ਲੂਤ ਨੂੰ ਹਰਿਆਲੀ ਦਿਸੀ ਸੀ ਔਰ ਲੂਤ ਸਾਦਮ ਤੇ ਗਮੋਰਾ ਦੇ ਵਿੱਚ ਚਲਾ ਗਿਆ ਸੀ, ਉਸੇ ਤਰ੍ਹਾਂ ਉਸਨੂੰ ਇਹ ਹਰੀ ਭਰੀ ਧਰਤੀ ਦਿਖੀ। ਔਰ ਅੱਜ ਦੇ ਦਿਨ ਦੇ ਵਿੱਚ ਵੀ ਅਗਰ ਅਸੀਂ ਦੇਖੀਏ, ਅਸੀਂ ਦੋ ਪਿਕਚਰਾਂ ਦੇਖਾਂਗੇ ਅੱਜ ਦੇ ਇਸ ਇਲਾਕੇ ਦੇ ਵਿੱਚ, ਜਿੱਥੇ ਹਮੋਰ ਦੀ ਜਿਹੜੀ ਸੰਤਾਨ ਸੀਗੀ, ਉਹਨਾਂ ਦੇ ਕੋਲ ਇਹ ਜਿਹੜਾ ਕਨਾਨ ਸੀਗਾ, ਅਸੀਂ ਜਿਹਨੂੰ ਨੋਹਾ ਨੇ ਸਰਾਪ ਦਿੱਤਾ ਸੀ, ਇਹ ਉਸਦਾ ਪੜਪੋਤਾ ਸੀ। ਅਗਰ ਅਸੀਂ ਸਭ ਤੋਂ ਪਹਿਲਾਂ, ਇਸ ਤੋਂ ਪਹਿਲਾਂ ਅਸੀਂ ਪਿੱਛੇ ਜਾਈਏ, ਪਿਕਚਰਾਂ ਦੇ ਵਿੱਚ ਦੇਖੀਏ, ਮੇਰੇ ਨਾਲ 10ਵੇਂ ਭਾਗ ਦੇ ਵਿੱਚ ਆ ਜਾਓ, ਉਤਪੱਤੀ 10ਵਾਂ ਭਾਗ। ਔਰ ਇੱਥੇ ਹਾਮ ਦੇ ਸਾਰੇ ਜਿਹੜੇ ਉਸਦੇ ਬੱਚੇ ਆ, ਉਸਦਾ ਨਾਮ ਸਾਨੂੰ ਦੱਸਿਆ ਗਿਆ, ਉਹਦੇ ਕਬੀਲਿਆਂ ਦੇ ਨਾਮ ਸਾਨੂੰ ਦੱਸੇ ਗਏ। ਔਰ ਹਾਮ ਤੋਂ ਬਾਅਦ ਜਿਹੜਾ ਕਨਾਨ ਉਸਦਾ ਸਭ ਤੋਂ ਵੱਡਾ ਪੁੱਤਰ ਸੀ, ਫਿਰ ਉਸਦੇ ਬਾਰੇ ਸ਼ੁਰੂ ਕੀਤਾ ਕਿ ਉਸਦੇ ਵਿੱਚੋਂ ਕਿਹੜੇ ਕਿਹੜੇ ਲੋਕ ਹੋਏ। ਸੋ ਮੈਂ 10ਵਾਂ ਭਾਗ ਉਹਦੀ 15ਵੀਂ ਆਇਤ ਇੱਥੇ ਲਿਖ ਲਓ, ਅਗਰ ਤੁਸੀਂ ਬਾਈਬਲ ਸਟੱਡੀ ਵਗੈਰਾ ਕਰਾਉਂਦੇ ਆ, ਕਿ ਇਹ ਕੌਣ ਲੋਕ ਆ ਜਿਨ੍ਹਾਂ ਦੇ ਸ਼ਕਮ ਦੇ ਇਲਾਕੇ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਕੋਲੇ ਵਸ ਗਏ ਆ, ਇਹ ਲੋਕ ਕੌਣ ਆ ਅਸਲ ਦੇ ਵਿੱਚ। ਸੋ ਇੱਥੇ 10ਵਾਂ ਭਾਗ ਉਹਦੀ 15ਵੀਂ ਆਇਤ ਤੋਂ ਦੇਖਾਂਗੇ ਤਾਂ ਕਨਾਨ ਦਾ ਜੇਠਾ ਪੁੱਤਰ ਸਿਦੋਨ ਸੀ, ਉਸਦੇ ਬਾਕੀ ਦੇ ਪੁੱਤਰਾਂ ਦੇ ਇਹ ਨਾਂ ਸਨ, ਯਬੂਸੀ, ਅਮੋਰੀ, ਗਿਰਗਾਸੀ, ਸਭ ਕੌਮਾਂ ਆ, ਹਿੱਬੀ, ਅਰਕੀ ਤੇ ਸੀਨੀ, ਅਰਵਾਦੀ, ਸਮਾਰੀ ਅਤੇ ਹਮਾਤੀ। ਅਤੇ ਇਸ ਦੇ ਪਿੱਛੋਂ ਕਨਾਨ ਦੇ ਵੰਸ਼ ਦੇ ਲੋਕ ਕਈ ਦੇਸ਼ਾਂ ਦੇ ਵਿੱਚ ਫੈਲ ਗਏ। ਲੇਕਿਨ ਇਸ ਦੇ ਵਿੱਚ ਜਿਹੜਾ ਅਸੀਂ ਇੱਕ ਅਕਸ਼ਰ ਪੜ੍ਹਦੇ ਹਾਂ, 17ਵੀਂ ਆਇਤ ਦਾ ਪਹਿਲਾ ਅੱਖਰ ਹਿੱਬੀ, ਇਸ ਦਾ ਜਿਹੜਾ ਪੁੱਤਰ ਆ ਉਹ ਇਸ ਵੇਲੇ ਰਾਜ ਕਰਦਾ ਪਿਆ ਸ਼ਕਮ ਦੇ ਇਲਾਕੇ ਦੇ ਵਿੱਚ, ਜਿੱਥੇ ਉਹ ਆ ਕੇ ਬਸੇ। ਔਰ ਉਹਨਾਂ ਇਲਾਕਿਆਂ ਦੇ ਵਿੱਚ ਜਿਸਲੇ ਉਹ ਆਇਆ, ਉਸਨੇ ਉੱਥੇ ਆ ਕੇ ਥੋੜੀ ਜਿਹੀ ਜ਼ਮੀਨ ਲਈ ਔਰ ਉਹ ਖਰੀਦੀ, ਉੱਥੇ ਉਸਨੇ ਆਪਣੇ ਤੰਬੂ ਲਾਏ, ਔਰ ਬਾਕੀ ਜੋ ਉਹਨਾਂ ਦੀ ਸੰਧੀ ਹੋਈ ਉਹਦੇ ਹਿਸਾਬ ਦੇ ਨਾਲ ਉਸਨੇ ਆਪਣੇ ਜਿਹੜਾ ਡੰਗਰ ਸੀਗੇ ਚਾਰਨ ਦੇ ਲਈ, ਜੋ ਵੀ ਉਹਨਾਂ ਦਾ ਕੰਮ ਧੰਦਾ ਸੀ, ਆਜੜੀ ਸੀਗੇ, ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਜੋ ਵੀ ਦੇਣਾ ਪੈਂਦਾ ਸੀ ਉਹ ਉਹਨਾਂ ਨੂੰ ਸਾਲ ਬਾਅਦ ਉਹ ਦਿੰਦੇ ਸੀ। ਔਰ ਇੱਥੇ ਆ ਕੇ ਉਸਨੇ ਉਹ ਅੱਗੇ ਨਹੀਂ ਵਧਿਆ ਜਿੱਥੇ ਉਸਨੂੰ ਜਾਣਾ ਚਾਹੀਦਾ ਸੀ, ਜਿੱਥੇ ਪ੍ਰਭੂ ਨੇ ਉਸਨੂੰ ਜਾਣ ਦੇ ਲਈ ਬਰਕਤ ਦਿੱਤੀ ਸੀ। ਸੋ ਫਿਰ ਕੀ ਹੋਇਆ? ਫਿਰ ਜੋ ਰਸਤੇ ਦੇ ਵਿੱਚ ਰੁਕਣ ਦੇ ਕਾਰਨ ਹੁੰਦਾ, ਫਿਰ ਉਹੀ ਹੋਇਆ। ਉੱਥੇ ਉਹ ਕਿਉਂ ਵਸਿਆ, ਮੈਂ ਤੁਹਾਨੂੰ ਅੱਜ ਦਾ ਸ਼ਕਮ ਦਿਖਾਉਣਾ ਔਰ ਅੱਜ ਦਾ ਬੈਤੇਲ ਦਿਖਾਉਣਾ, ਦੇਖਣ ਨੂੰ ਕਿੱਦਾਂ ਦੇ ਲੱਗਦੇ ਆ। ਉਸਦਾ ਜਿਹੜਾ ਕਾਰਨ ਸੀ ਉਹ ਕਿਉਂ, ਕੀ ਸੀ, ਜਿਸ ਲਈ ਅਸੀਂ ਸੋ ਇਹ ਅੱਜ ਦਾ ਸ਼ਕਮ
ਜਿਹੜਾ ਅਸੀਂ ਦੇਖਦੇ ਪਏ ਹਾਂ। ਔਰ ਇਹ ਇਲਾਕਾ ਅੱਜ ਜਿੱਦਾਂ ਅਸੀਂ ਕਹਿੰਦੇ ਜੀ ਗਲੋਬਲ ਵਾਰਮਿੰਗ ਆ ਸਾਡੇ ਉੱਤੇ, ਇਹ ਅੱਜ ਇਹ ਇਲਾਕਾ ਇੰਨਾ ਹਰਿਆ ਭਰਿਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਇੱਥੇ ਕਿੰਨੀ ਹਰਿਆਲੀ ਹੋਏਗੀ। ਔਰ ਦੂਸਰੇ ਪਾਸੇ ਜਿਸ ਵੇਲੇ ਅਸੀਂ ਬੈਤੇਲ ਨੂੰ ਦੇਖਦੇ ਹਾਂ, ਬੈਤੇਲ ਦਾ ਇਲਾਕਾ ਅੱਜ ਦੇਖਣ ਨੂੰ ਇਸ ਤਰ੍ਹਾਂ ਦਾ ਲੱਗਦਾ। ਸੋ ਅਗਰ ਦੋ ਪਿਕਚਰਾਂ ਦੇ ਵਿੱਚ ਫਰਕ ਦੇਖੀਏ ਤੇ ਦੋਨਾਂ ਪਿਕਚਰਾਂ ਦੇ ਵਿੱਚ ਜਿਹੜਾ ਖਾਸ ਫਰਕ ਆ ਉਹ ਹੈ ਹਰਿਆਲੀ ਤੇ ਪਾਣੀ। ਸੋ ਉਸਨੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਰਹਿਣਾ ਉਹ ਪਸੰਦ ਕੀਤਾ ਔਰ ਰਸਤੇ ਦੇ ਵਿੱਚ ਰੁਕ ਗਿਆ, ਅੱਗੇ ਨਹੀਂ ਵਧਿਆ। ਉਹਨੂੰ ਬੈਤੇਲ ਦੇ ਵਿੱਚ ਜਾਣਾ ਚਾਹੀਦਾ ਸੀ। ਸੋ ਉਸਦੇ ਲਈ ਫਿਰ ਉਸਨੂੰ ਜਿਹੜੀ ਕੀਮਤ ਭਰਨੀ ਪਈ ਉਹ ਬਹੁਤ ਭਾਰੀ ਸੀ। ਸੋ ਆਓ ਹੁਣ ਅਸੀਂ 34ਵੇਂ ਭਾਗ ਦੇ ਵਿੱਚ ਆ ਗਏ ਹਾਂ ਔਰ ਇੱਥੇ ਆਉਂਦਿਆਂ ਤੱਕ ਅਸੀਂ 1701 ਸਾਲ ਤੱਕ ਪਹੁੰਚ ਗਏ ਹਾਂ। ਔਰ ਇਸ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਬੱਚੇ ਹੋਣ ਲੱਗ ਪਏ ਆ, ਸਾਰਿਆਂ ਦੇ ਵਿਆਹ ਹੋ ਗਏ ਆ। ਲੇਕਿਨ ਅਸੀਂ ਜਿਹੜੀ ਇੱਕ ਖਾਸ ਚੀਜ਼ ਇੱਥੇ ਆ ਕੇ ਦੇਖਦੇ ਹਾਂ, ਅਗਰ ਕੋਈ ਜਾਣਾ, ਅਸੀਂ 38ਵੇਂ ਭਾਵ ਦੇ ਵਿੱਚ ਜਾਵਾਂਗੇ ਇਸਦੇ, ਔਰ ਉੱਥੋਂ ਅਸੀਂ ਦੇਖਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਪੁੱਤਰ ਆ, ਜਿਹੜਾ ਯਹੂਦਾ ਆ, ਉਸਦੇ ਘਰ ਜਿਹੜੇ ਬੱਚੇ ਪੈਦਾ ਹੋਏ ਆ ਉਹ ਇਸ ਸਮੇਂ ਦੇ ਵਿੱਚ ਹੋਏ ਆ। ਕਿਉਂਕਿ ਯਹੂਦਾ ਦੀ ਗੱਲ ਉੱਥੇ ਜਾ ਕੇ ਸ਼ੁਰੂ ਹੁੰਦੀ ਆ ਤੇ ਇਸ ਕਰਕੇ ਅਸੀਂ ਉਸਨੂੰ ਉੱਥੇ ਜਾ ਕੇ ਪੜ੍ਹਦੇ ਹਾਂ। ਲੇਕਿਨ ਇਸ ਸਮੇਂ ਦੇ ਵਿੱਚ ਯਹੂਦਾ ਦੇ ਘਰ ਦੇ ਵਿੱਚ ਉਸਦੇ ਜਿਹੜੇ ਪੁੱਤਰ ਆ ਉਹ ਪੈਦਾ ਹੋਏ। ਅਗਰ 38ਵਾਂ ਭਾਗ ਦੇਖੀਏ ਔਰ ਉਸਦੀਆਂ ਪਹਿਲੀਆਂ ਉਸਦੀਆਂ ਅਸੀਂ ਦੇਖਾਂਗੇ ਅਬਾਊਟ 5 ਆਇਤਾਂ। ਪੇਜ 56 ਯਹੂਦਾ ਅਤੇ ਤਮਾਰ। ਉਸ ਸਮੇਂ ਯਹੂਦਾ ਆਪਣੇ ਭਰਾਵਾਂ ਕੋਲੋਂ ਅਦੁਲਾਮ ਨਗਰ ਵਿੱਚ ਰਿਆਦ ਨਾਂ ਦੇ ਆਦਮੀ ਕੋਲ ਜਾ ਕੇ ਰਹਿਣ ਲੱਗਾ। ਉੱਥੇ ਯਹੂਦਾ ਨੇ ਇੱਕ ਕਨਾਨੀ ਆਦਮੀ ਸ਼ੂਆ ਦੀ ਧੀ ਨੂੰ ਦੇਖਿਆ ਅਤੇ ਉਸ ਨਾਲ ਵਿਆਹ ਕਰ ਲਿਆ। ਯਹੂਦਾ ਨੇ ਉਸ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ। ਤਦ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਹਨਾਂ ਏਰ ਰੱਖਿਆ। ਉਹ ਫਿਰ ਗਰਭਵਤੀ ਹੋਈ ਅਤੇ ਦੂਜੇ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਹਨਾਂ ਓਨਾਨ ਰੱਖਿਆ। ਉਹ ਤੀਜੀ ਵਾਰ ਫਿਰ ਗਰਭਵਤੀ ਹੋਈ ਅਤੇ ਆਪਣੇ ਤੀਜੇ ਪੁੱਤਰ ਦਾ ਨਾਂ ਉਹਨਾਂ ਸ਼ੇਲਾ ਰੱਖਿਆ। ਇਸ ਪੁੱਤਰ ਦੇ ਜਨਮ ਸਮੇਂ ਯਹੂਦਾ ਕਜੀਬ ਵਿੱਚ ਰਹਿ ਰਿਹਾ ਸੀ। ਸੋ ਹੁਣ ਇੱਥੇ ਅਸੀਂ ਕੀ ਦੇਖਦੇ ਪਏ ਹਾਂ ਕਿ ਇਹਨਾਂ ਨੇ ਜਿਹੜਾ ਆਪਣਾ ਵਿਆਹ ਜਿਹੜਾ ਕੀਤਾ ਉਹ ਕਨਾਨੀ ਲੋਕਾਂ ਦੇ ਵਿੱਚ ਉਸਨੇ ਆਪਣਾ ਵਿਆਹ ਕੀਤਾ। ਔਰ ਕਿਉਂਕਿ ਉਹਨਾਂ ਦੇ ਕੋਲ ਜਿਹੜੀ ਬਰਕਤ ਆ, ਉਸ ਬਰਕਤ ਦੇ ਵਿੱਚ ਇਹ ਚੀਜ਼ ਆਉਂਦੀ ਆ ਕਿ ਸਾਰੀਆਂ ਕੌਮਾਂ ਤੁਹਾਡੇ ਤੋਂ ਬਰਕਤ ਪ੍ਰਾਪਤ ਕਰਨਗੀਆਂ। ਇੱਥੇ ਇਸ ਸਮੇਂ ਦੇ ਵਿੱਚ ਕਿਉਂਕਿ ਅਸੀਂ ਗਾਂਹ ਜਾ ਕੇ ਜਿਹੜਾ ਸਾਡਾ ਮੇਨ ਫੋਕਸ ਹੋਣਾ ਉਹ ਯਹੂਦਾ ਦੀ ਲਾਈਨ ਦੇ ਉੱਤੇ ਹੋਣਾ, ਕਿਉਂਕਿ ਪ੍ਰਭੂ ਨੇ ਬਰਕਤ ਜਿਹੜੀ ਆ ਬਾਪ ਤੋਂ ਲੈ ਕੇ ਯਹੂਦਾ ਨੂੰ ਦੇਣੀ ਆ, ਯੂਸਫ ਨੂੰ ਉਹ ਬਰਕਤ ਨਹੀਂ ਮਿਲਣੀ। ਔਰ ਉਸ ਦਾ ਵੀ ਇੱਕ ਕਾਰਨ ਹੈ ਜਿਸ ਨੂੰ ਅਸੀਂ ਅੱਗੇ ਜਾ ਕੇ ਦੇਖਾਂਗੇ। ਸੋ ਇਹ ਬੱਚੇ ਉਹਨਾਂ ਦੇ ਵਿਆਹ ਹੋ ਗਏ ਆ, ਬੱਚੇ ਪੈਦਾ ਹੋਣੇ ਸ਼ੁਰੂ ਹੋ ਗਏ ਆ। ਸੋ ਇੱਥੇ ਉਹ ਉਹਨਾਂ ਨੂੰ ਰਹਿੰਦਿਆਂ ਨੂੰ ਆਲਮੋਸਟ ਹੁਣ ਅਸੀਂ ਦੇਖੀਏ ਤਾਂ 12 ਸਾਲ ਹੋ ਚੁੱਕੇ ਆ। ਔਰ ਉਹਨਾਂ ਦੀ ਭੈਣ ਜਿਹੜੀ ਸੀ ਉਹ ਵੀ ਹੁਣ ਵੱਡੀ ਹੋ ਚੁੱਕੀ ਆ, ਡੇਨਾ ਵੀ ਵੱਡੀ ਹੋ ਚੁੱਕੀ ਆ। ਔਰ ਦੇਖੀਏ ਤਾਂ ਡੇਨਾ ਜਿਹੜੀ ਜਿਸ ਵੇਲੇ ਇਹਨਾਂ ਦੇ ਘਰ ਦੇ ਵਿੱਚ ਪੈਦਾ ਹੋਈ ਸੀ ਉਹ 1716 ਦੇ ਵਿੱਚ ਉਹਨਾਂ ਦੀ ਇਹ ਭੈਣ ਪੂਰੀ ਹੋਈ, ਇਹ ਭੈਣ ਪੈਦਾ ਹੋਈ ਸੀ। ਹੁਣ ਉਹ 16 ਵਰ੍ਹਿਆਂ ਦੀ ਮੁਟਿਆਰ ਹੈ। ਔਰ ਇੱਥੇ ਉਹ ਜਿੱਦਾਂ ਕਿ ਜਿਸ ਇਲਾਕੇ ਦੇ ਵਿੱਚ ਉਹ ਰਹਿ ਰਹੇ ਆ, ਉਹ ਹਾਮ ਜਿਹੜਾ ਨੋਹਾ ਦਾ ਸਰਾਫਤ ਕੀਤਾ ਹੋਇਆ ਕਬੀਲਾ ਆ ਉਹਦੇ ਵਿੱਚ ਰਹਿ ਰਹੇ ਆ। ਔਰ ਜਿਹੜਾ ਸਭ ਤੋਂ ਸਰਾਫਤ ਆ ਉਸਦਾ ਪੁੱਤਰ ਕਨਾਨ, ਉਸਦੇ ਇਲਾਕੇ ਦੇ ਵਿੱਚ ਉਹਨਾਂ ਨੇ ਡੇਰੇ ਲਾਏ ਆ। ਔਰ ਉੱਥੇ ਅਸੀਂ ਦੇਖਾਂਗੇ ਕਿ ਜਿਹੜਾ ਹੁਣ ਉੱਥੇ ਦਾ ਜਿਹੜਾ ਰਾਜੇ ਦਾ ਪੁੱਤਰ ਆ ਉਸਨੇ ਦੇਣਾ ਦੇ ਨਾਲ ਗਲਤ ਕੰਮ ਕਰਨਾ, ਪਰ ਉਹਨਾਂ ਨੇ ਠੀਕ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਆਓ ਅਸੀਂ 34ਵੇਂ ਭਾਗ ਦੇ ਵਿੱਚ ਚੱਲੀਏ ਔਰ ਅਸੀਂ
1 ਤੋਂ ਲੈ ਕੇ ਇਸ ਦੀ 24 ਆयत तक देखा। मैं पढ़ती नहीं पास्टर जी। या। दीना दा बलात्कार। दीना याकूब दी धी जो उसदे घर लिया ती कुखों होई सी, जिथे ਉਹ ਰਹਿੰਦੇ ਸਨ ਉੱਥੋਂ ਦੀਆਂ ਔਰਤਾਂ ਨੂੰ ਮਿਲਣ ਗਈ। ਸ਼ਕਮ ਦੇ ਰਾਜਾ ਹਮੋਰ ਹੀਬੀ ਦੇ ਪੁੱਤਰ ਸ਼ਕਮ ਰਾਜਕੁਮਾਰ ਨੇ ਦੀਨਾ ਨੂੰ ਦੇਖਿਆ ਤਾਂ ਉਸਨੇ ਦੀਨਾ ਨੂੰ ਫੜ ਕੇ ਉਸ ਨਾਲ ਬਲਾਤਕਾਰ ਕੀਤਾ। ਸ਼ਕਮ ਦੀਨਾ ਤੇ ਆਸ਼ਿਕ ਹੋ ਗਿਆ ਅਤੇ ਉਸ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗਾ। ਉਸਨੇ ਆਪਣੇ ਪਿਓ ਨੂੰ ਕਿਹਾ, ਮੈਂ ਇਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਯਾਕੂਬ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸ਼ਕਮ ਨੇ ਉਸਦੀ ਪੁੱਤਰੀ ਨਾਲ ਬਲਾਤਕਾਰ ਕੀਤਾ ਹੈ। ਉਸਦੇ ਪੁੱਤਰ ਉਸ ਸਮੇਂ ਬਾਹਰ ਖੇਤਾਂ ਵਿੱਚ ਆਪਣੇ ਡੰਗਰ ਚਾਰਨ ਗਏ ਹੋਏ ਸਨ, ਇਸ ਲਈ ਯਾਕੂਬ ਉਹਨਾਂ ਦੇ ਆਉਣ ਤੱਕ ਚੁੱਪ ਰਿਹਾ। ਸ਼ਕਮ ਦਾ ਪਿਤਾ ਹਮੋਰ ਯਾਕੂਬ ਨਾਲ ਉਸਦੀ ਪੁੱਤਰੀ ਬਾਰੇ ਗੱਲਬਾਤ ਕਰਨ ਗਿਆ। ਉਸ ਸਮੇਂ ਯਾਕੂਬ ਦੇ ਪੁੱਤਰ ਵੀ ਖੇਤਾਂ ਵਿੱਚੋਂ ਆ ਗਏ। ਜਦੋਂ ਉਹਨਾਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਹ ਬਹੁਤ ਕ੍ਰੋਧਿਤ ਹੋਏ। ਇਜ਼ਰਾਈਲ ਦੀ ਪੁੱਤਰੀ ਦਾ ਬਲਾਤਕਾਰ ਉਹਨਾਂ ਲਈ ਇੱਕ ਵੱਡਾ ਅਪਮਾਨ ਸੀ। ਪਰ ਹਮੋਰ ਨੇ ਯਾਕੂਬ ਨੂੰ ਕਿਹਾ, ਮੇਰਾ ਪੁੱਤਰ ਤੇਰੀ ਧੀ ਨੂੰ ਪਸੰਦ ਕਰਦਾ ਹੈ, ਆਪਣੀ ਪੁੱਤਰੀ ਦਾ ਵਿਆਹ ਮੇਰੇ ਪੁੱਤਰ ਸ਼ਕਮ ਨਾਲ ਕਰ ਦੇ। ਸਾਡੇ ਵਿੱਚ ਆਪਣੇ ਪੁੱਤਰਾਂ ਧੀਆਂ ਦੇ ਵਿਆਹ ਕਰੋ। ਸਾਡਾ ਸਾਰਾ ਦੇਸ਼ ਤੁਹਾਡੇ ਸਾਹਮਣੇ ਹੈ। ਤੁਸੀਂ ਇੱਥੇ ਰਹਿ ਕੇ ਵਪਾਰ ਕਰੋ ਅਤੇ ਆਪਣੀ ਜਾਇਦਾਦ ਬਣਾਓ। ਸ਼ਕਮ ਨੇ ਵੀ ਯਾਕੂਬ ਅਤੇ ਉਸਦੇ ਪੁੱਤਰਾਂ ਨੂੰ ਕਿਹਾ, ਤੁਸੀਂ ਮੇਰੇ ਤੇ ਤਰਸ ਖਾਓ ਅਤੇ ਤੁਸੀਂ ਜੋ ਮੰਗੋਗੇ ਮੈਂ ਦੇਵਾਂਗਾ। ਤੁਸੀਂ ਆਪਣੀ ਲੜਕੀ ਦੇ ਬਦਲੇ ਵਿੱਚ ਮੇਰੇ ਤੋਂ ਕੋਈ ਵੀ ਵੱਡੀ ਤੋਂ ਵੱਡੀ ਸੁਗਾਤ ਮੰਗ ਸਕਦੇ ਹੋ, ਪਰ ਕੇਵਲ ਮੇਰਾ ਉਸ ਨਾਲ ਵਿਆਹ ਕਰ ਦੇਵੋ। ਯਾਕੂਬ ਦੇ ਪੁੱਤਰਾਂ ਨੇ ਹਮੋਰ ਅਤੇ ਉਸਦੇ ਪੁੱਤਰ ਸ਼ਕਮ ਨਾਲ ਇੱਕ ਚਾਲ ਚੱਲੀ, ਕਿਉਂਕਿ ਉਸਨੇ ਉਹਨਾਂ ਦੀ ਭੈਣ ਅਪਵਿੱਤਰ ਕੀਤੀ ਸੀ। ਉਹਨਾਂ ਨੇ ਉਹਨਾਂ ਦੋਹਾਂ ਨੂੰ ਕਿਹਾ, ਅਸੀਂ ਆਪਣੀ ਭੈਣ ਕਿਸੇ ਅਸੁੰਨਤੀ ਨੂੰ ਨਹੀਂ ਦੇ ਸਕਦੇ ਹਾਂ, ਇਹ ਸਾਡਾ ਅਪਮਾਨ ਹੋਵੇਗਾ। ਇਸ ਕੰਮ ਦੀ ਆਗਿਆ ਅਸੀਂ ਇੱਕ ਹੀ ਸ਼ਰਤ ਤੇ ਦੇ ਸਕਦੇ ਹਾਂ ਕਿ ਤੁਹਾਡੇ ਸਾਰੇ ਨਰ ਵੀ ਸਾਡੇ ਵਾਂਗ ਸੁੰਨਤ ਕਰਵਾ ਲੈਣ। ਇਹ ਹੋਣ ਤੇ ਅਸੀਂ ਇੱਕ ਦੂਜੇ ਨੂੰ ਆਪਣੀਆਂ ਧੀਆਂ ਵਿਆਹ ਦੇ ਲਈ ਦੇ ਸਕਦੇ ਹਾਂ। ਫਿਰ ਅਸੀਂ ਤੁਹਾਡੇ ਨਾਲ ਤੁਹਾਡੇ ਹੀ ਲੋਕ ਬਣ ਕੇ ਰਹਿ ਸਕਾਂਗੇ। ਪਰ ਜੇਕਰ ਇਸ ਤਰ੍ਹਾਂ ਕਰਨਾ ਤੁਹਾਨੂੰ ਸਵੀਕਾਰ ਨਹੀਂ ਹੈ ਤਾਂ ਅਸੀਂ ਆਪਣੀ ਭੈਣ ਨੂੰ ਲੈ ਕੇ ਇੱਥੋਂ ਚਲੇ ਜਾਵਾਂਗੇ। ਹਮੋਰ ਅਤੇ ਸ਼ਕਮ ਨੂੰ ਇਹ ਸਲਾਹ ਚੰਗੀ ਲੱਗੀ। ਸ਼ਕਮ ਨੇ ਇਹ ਸਭ ਤੁਰੰਤ ਕਰਨ ਦੀ ਸੋਚੀ, ਕਿਉਂਕਿ ਉਹ ਯਾਕੂਬ ਦੀ ਧੀ ਨੂੰ ਪਿਆਰ ਕਰਦਾ ਸੀ। ਉਸਦਾ ਆਪਣੇ ਟੱਬਰ ਵਿੱਚ ਮਾਣ ਵੀ ਬਹੁਤ ਸੀ। ਤਦ ਹਮੋਰ ਅਤੇ ਉਸਦੇ ਪੁੱਤਰ ਸ਼ਕਮ ਨੇ ਆਪਣੇ ਸ਼ਹਿਰ ਦੇ ਪੰਚਾਇਤ ਘਰ ਵਿੱਚ ਆਪਣੇ ਲੋਕਾਂ ਨੂੰ ਇਕੱਠਿਆਂ ਕੀਤਾ। ਉਹਨਾਂ ਨੇ ਕਿਹਾ, ਇਹ ਲੋਕ ਬਹੁਤ ਮਿੱਤਰ ਸੁਭਾਅ ਵਾਲੇ ਹਨ, ਇਸ ਲਈ ਇਹਨਾਂ ਨੂੰ ਆਪਣੇ ਵਿੱਚ ਰਹਿਣ ਦਿਓ ਕਿ ਉਹ ਸਾਡੇ ਵਿੱਚ ਰਹਿ ਕੇ ਵਪਾਰ ਕਰਨ। ਸਾਡੀ ਧਰਤੀ ਕਾਫੀ ਖੁੱਲੀ ਹੈ, ਅਸੀਂ ਦੋਵੇਂ ਧਿਰਾਂ ਬਿਨਾਂ ਕਿਸੇ ਕਠਿਨਾਈ ਦੇ ਇੱਥੇ ਰਹਿ ਸਕਦੇ ਹਾਂ। ਇਹ ਹੋਣ ਤੇ ਅਸੀਂ ਇੱਕ ਦੂਜੇ ਦੀਆਂ ਧੀਆਂ ਨਾਲ ਵਿਆਹ ਕਰ ਸਕਾਂਗੇ, ਪਰ ਇਹ ਇੱਕ ਹੀ ਸ਼ਰਤ ਤੇ ਸਾਡੇ ਵਿਚਕਾਰ ਰਹਿਣ ਲਈ ਤਿਆਰ ਹਨ। ਜੇਕਰ ਸਾਡੇ ਸਾਰੇ ਨਰ ਉਹਨਾਂ ਦੇ ਨਰਾਂ ਵਾਂਗ ਸੁੰਨਤ ਕਰਵਾ ਲੈਣ, ਕਿ ਇਹ ਕਰਨ ਤੇ ਉਹਨਾਂ ਦਾ ਸਾਰਾ ਮਾਲ ਡੰਗਰ ਸਾਡਾ ਨਹੀਂ ਹੋ ਜਾਵੇਗਾ, ਪਰ ਪਹਿਲਾਂ ਸਾਡੇ ਲਈ ਉਹਨਾਂ ਦੀ ਸ਼ਰਤ ਮੰਨਣਾ ਜ਼ਰੂਰੀ ਹੈ ਕਿ ਉਹ ਸਾਡੇ ਵਿਚਕਾਰ ਰਹਿਣਾ ਮੰਨ ਜਾਣ। ਸਾਰੇ ਪੰਚਾਇਤ ਘਰ ਵਿੱਚ ਲੋਕਾਂ ਨੇ ਹਮੋਰ ਅਤੇ ਉਸਦੇ ਪੁੱਤਰ ਦੀ ਗੱਲ ਮੰਨ ਲਈ। ਤਦ ਉਹਨਾਂ ਸਭ ਨੇ ਸ਼ਹਿਰ ਦੇ ਬਾਹਰ ਜਾ ਕੇ ਸੁੰਨਤਾਂ ਕਰਵਾਈਆਂ। ਜਿਸ ਦੇ ਨਾਲ ਉਹ ਕਮਜ਼ੋਰ ਹੋ ਗਏ ਥੋੜੇ ਦਿਨ ਦੇ ਲਈ। ਲੇਕਿਨ ਅਗਰ ਦੇਖਿਆ ਜਾਵੇ ਤਾਂ ਯਾਕੂਬ ਦੇ 10 ਪੁੱਤਰ ਖਾਸ ਕਰਕੇ ਜਿਹੜੇ ਸੀਗੇ, ਉਹਨਾਂ ਦੇ ਮਨ ਦੇ ਵਿੱਚ ਕੜਵਾਹਟ ਸੀ। 10 ਨਹੀਂ 9 ਜਾਣੇ ਜਿਹੜੇ ਸੀਗੇ ਖਾਸ ਕਰਕੇ, ਉਹਨਾਂ ਦੇ ਮਨ ਦੇ ਵਿੱਚ ਚਲਾਕੀ ਸੀ, ਕੜਵਾਹਟ ਸੀ। ਔਰ ਇੱਥੋਂ ਜਿਸ ਵੇਲੇ ਅਸੀਂ ਹੁਣ ਅੱਗੇ ਤੁਰਦੇ ਹਾਂ ਤੇ ਅਸੀਂ ਦੇਖਾਂਗੇ ਕਿ ਉਹਨਾਂ ਨੇ ਮੂਵੀਜ਼ ਤਾਂ ਅਸੀਂ ਦੇਖ ਲਿਆ ਉਹਨਾਂ ਨੇ ਕੀ ਕੰਮ ਕੀਤਾ, ਕਿੰਨਾ ਗਲਤ ਕੰਮ ਉਹਨਾਂ ਨੇ ਕੀਤਾ। ਸੋ 25ਵੀਂ ਆਇਤ ਦੇ ਵਿੱਚ ਅਸੀਂ ਇੱਥੇ ਆਉਂਦੇ ਹਾਂ, ਉਹਨਾਂ ਨੇ ਉਹ ਸ਼ਰਤਾਂ ਮੋਹਰੇ ਰੱਖ ਦਿੱਤੀਆਂ। ਯਾਕੂਬ ਨੂੰ ਵੀ ਉਹ ਸ਼ਰਤਾਂ ਕਬੂਲ ਸੀ। ਹੁਣੇ ਤਾਂ ਵਿਚਾਰਾ ਉਹ 2 ਵੱਡੀਆਂ ਮੁਸੀਬਤਾਂ ਤੋਂ ਦੌੜ ਕੇ ਆਇਆ ਸੀ। ਉਸਦੇ ਪਿੱਛੇ ਲਾਬਾਨ ਆਇਆ, ਪ੍ਰਭੂ ਨੇ ਉਸ ਤੋਂ ਬਚਾਇਆ। ਅੱਗੇ ਈਸੋ ਦਾ ਡਰ, ਔਰ ਈਸੋ ਤੋਂ ਵੀ ਪ੍ਰਭੂ ਨੇ ਬਚਾਇਆ ਉਸਨੂੰ। ਹੁਣ ਇੱਥੇ ਆਰਾਮ ਦੇ ਨਾਲ ਆ ਕੇ ਉਸਨੂੰ ਥੋੜਾ ਸਮਾਂ ਮਿਲਿਆ ਸੀ ਕਿ ਉਹ ਬਸਿਆ, ਔਰ ਉਸਦੇ ਹੁਣ ਜਿਹੜੇ ਬੇਟੇ ਆ ਉਹ ਪੈਦਾ ਹੋ ਰਹੇ। ਔਰ ਅਸੀਂ ਆਲਰੇਡੀ ਦੇਖਿਆ ਕਿ ਜਿਹੜਾ ਯਾਕੂਬ ਆ ਉਹ ਇੱਥੇ ਉਹਨਾਂ ਦੇ ਨਾਲ ਨਹੀਂ ਰਹਿ ਰਿਹਾ। ਯਾਕੂਬ ਇੱਥੋਂ ਚਲਾ ਗਿਆ ਆ ਔਰ ਉਸਨੇ ਬਾਹਰ ਜਾ ਕੇ ਵਿਆਹ ਕਰਾ ਲਿਆ ਆ, ਔਰ ਉੱਥੇ ਆਪਣੇ ਪੁੱਤਰਾਂ ਦੇ
ਨਾਲ ਰਹਿ ਰਿਹਾ। ਸੋ ਆਓ ਅਸੀਂ ਇਸ ਨੂੰ ਹੁਣ ਅੱਗੇ ਦੇਖੀਏ। 25 ਆਇਤ ਤੋਂ ਲੈ ਕੇ ਅਸੀਂ ਇਸ ਨੂੰ 31 ਆਇਤ ਤੱਕ ਦੇਖਾਂਗੇ। ਜੀ ਠੀਕ ਤੀਜੇ ਦਿਨ ਜਦੋਂ ਉਸ ਸ਼ਹਿਰ ਦੇ ਸਾਰੇ ਲੋਕ ਭੀੜਾਂ ਵਿੱਚ ਸਨ ਤਾਂ ਯਾਕੂਬ ਦੇ 2 ਪੁੱਤਰ ਸ਼ਿਮੌਨ ਅਤੇ ਲੇਵੀ ਅਰਥਾਤ ਦਿਨਾਂ ਦੇ ਭਰਾਵਾਂ ਨੇ ਚੁੱਪਚਾਪ ਤਲਵਾਰਾਂ ਕੱਢੀਆਂ ਅਤੇ ਸ਼ਹਿਰ ਵਿੱਚ ਗਏ। ਉਹਨਾਂ ਉੱਥੇ ਸਭ ਨਰਾਂ ਨੂੰ ਕਤਲ ਕਰ ਦਿੱਤਾ। ਹਮੋਰ ਅਤੇ ਉਸਦੇ ਪੁੱਤਰ ਨੂੰ ਵੀ ਮਾਰ ਦਿੱਤਾ ਅਤੇ ਉਹਨਾਂ ਦੇ ਘਰੋਂ ਆਪਣੀ ਭੈਣ ਦਿਨਾਂ ਨੂੰ ਲੈ ਗਏ। ਸੋ ਯਾਕੂਬ ਦੇ ਪੁੱਤਰਾਂ ਨੇ ਆ ਕੇ ਉਸ ਸ਼ਹਿਰ ਨੂੰ ਲੁੱਟ ਲਿਆ ਕਿਉਂਕਿ ਉਹਨਾਂ ਦੀ ਭੈਣ ਦਾ ਅਪਮਾਨ ਹੋਇਆ ਸੀ। ਉਹਨਾਂ ਨੇ ਉਹਨਾਂ ਲੋਕਾਂ ਦੇ ਸਭ ਇੱਜੜ, ਪਸ਼ੂ ਤੇ ਗਧੇ ਅਤੇ ਸਭ ਕੁਝ ਜੋ ਉਹਨਾਂ ਦੇ ਖੇਤਾਂ ਵਿੱਚ ਸੀ ਖੋਹ ਲਿਆ। ਉਹਨਾਂ ਨੇ ਉਹਨਾਂ ਲੋਕਾਂ ਦੀ ਸਾਰੀ ਘਰਾਂ ਵਿਚਲੀ ਜਾਇਦਾਦ, ਔਰਤਾਂ ਆਦਿ ਨੂੰ ਲੁੱਟ ਲਿਆ। ਯਾਕੂਬ ਨੇ ਸ਼ਿਮੌਨ ਅਤੇ ਲੇਵੀ ਨੂੰ ਕਿਹਾ, ਤੁਸੀਂ ਇਹ ਬੁਰਾ ਕੀਤਾ। ਹੁਣ ਕਨਾਨੀ ਅਤੇ ਪਰਿੱਜੀ ਮੇਰੇ ਵਿਰੁੱਧ ਹੋ ਜਾਣਗੇ ਅਤੇ ਮੇਰੇ ਤੇ ਹੱਲਾ ਬੋਲਣਗੇ, ਪਰ ਮੇਰੇ ਕੋਲ ਬਹੁਤ ਥੋੜੇ ਆਦਮੀ ਹਨ। ਉਹ ਮੇਰਾ ਅਤੇ ਮੇਰੇ ਘਰ ਦਾ ਸਤਿਆਨਾਸ਼ ਕਰ ਦੇਣਗੇ। ਉਹ ਦੋਵੇਂ ਬੋਲੇ ਕਿ ਇਹ ਭਲਾ ਸੀ ਕਿ ਉਹ ਸਾਡੀ ਭੈਣ ਨਾਲ ਵੈਸਵਾਵਾ ਵਾਲਾ ਵਰਤਾਓ ਕਰਨ। ਹੁਣ ਉਹ ਦੋਨੇ ਪਾਸੇ ਫਸ ਗਿਆ, ਫਿਰ ਫਸ ਗਿਆ। ਇੱਕ 2 ਮੁਸੀਬਤਾਂ ਤੋਂ ਦੌੜ ਕੇ ਆਇਆ ਤੇ ਤੀਸਰੀ ਦੇ ਵਿੱਚ ਉਹਦੇ ਪੁੱਤਰਾਂ ਨੇ ਹੁਣ ਉਸਨੂੰ ਪਾਤਾ, ਔਰ ਜਿਨ੍ਹਾਂ ਦੇ ਵਿੱਚ ਅਸੀਂ ਖਾਸ ਕਰਕੇ ਲੇਵੀ ਨੂੰ ਔਰ ਸ਼ਿਮਯੋਨ ਨੂੰ ਦੇਖਦੇ ਪਏ, ਕਿਉਂਕਿ ਉਹਨਾਂ ਦੀ ਸਕੀ ਭੈਣ ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਦਾਸੀਆਂ ਦੇ ਪੁੱਤਰ ਸੀ ਉਹ ਵੀ ਨਾਲ ਰਲੇ ਹੋ ਸੀ ਸਾਰੇ ਜਣੇ। ਔਰ ਯਹੂਦਾ ਇੱਥੇ ਹੈ ਨਹੀਂ ਸੀ। ਯਹੂਦਾ ਅਸੀਂ ਆਲਰੇਡੀ ਜਿਹੜੇ 38ਵਾਂ ਭਾਵ ਪੜ੍ਹਿਆ ਤੇ ਅਸੀਂ ਉਸ ਦੇ ਵਿੱਚ ਦੇਖਿਆ ਕਿ ਜਿਹੜਾ ਯਹੂਦਾ ਸੀਗਾ ਉਹ ਆਪਣੇ ਭਰਾਵਾਂ ਕੋਲ ਦੂਰ ਜਾ ਚੁੱਕਾ ਸੀ। ਯਹੂਦਾ ਆਪਣੇ ਭਰਾਵਾਂ ਦੇ ਕੋਲ ਅਦੁਲਾਮ ਨਗਰ ਦੇ ਵਿੱਚ ਹਿਰਾ ਨਗਰ ਦੀ ਥਾਂ ਤੇ ਆਦਮੀ ਕੋਲ ਰਹਿਣ ਲੱਗਾ ਅਤੇ ਯਹੂਦਾ ਨੇ ਕਨਾਨੀ ਆਦਮੀ ਸ਼ੂਆ ਦੀ ਧੀ ਨੂੰ ਦੇਖਿਆ, ਉਸ ਨਾਲ ਵਿਆਹ ਕਰ ਲਿਆ ਅਤੇ ਯਹੂਦਾ ਨੇ ਉਸ ਨਾਲ ਸੰਗ ਕੀਤਾ ਤੇ ਉਸ ਤੋਂ 3 ਪੁੱਤਰ ਪੈਦਾ ਹੋਏ, ਕਿਉਂਕਿ ਬਾਪ ਨੇ ਕਨਾਨੀ ਔਰਤ ਨੂੰ ਸਵੀਕਾਰ ਨਹੀਂ ਸੀ ਕਰਨਾ। ਸੋ ਉਹ ਬਾਹਰ ਲੈ ਕੇ ਪ੍ਰਭੂ ਨੇ ਉਸ ਨੂੰ ਇੱਕ ਤਰੀਕੇ ਦੇ ਨਾਲ ਕੱਢ ਕੇ ਬਾਹਰ ਲੈ ਗਿਆ। ਲੇਕਿਨ ਜਿਹੜੇ ਬਾਕੀ ਦੇ 9 ਆ ਉਹਨਾਂ ਨੇ ਇੱਕ ਘਿਨਾਉਣਾ ਕੰਮ ਕੀਤਾ ਤੇ ਐਡੀ ਵੱਡੀ ਸ਼ਰਤ ਰੱਖ ਕੇ, ਔਰ ਬਾਅਦ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤਾ ਇਹ ਬਹੁਤ ਗਲਤ ਸੀ। ਬਿਨਯਾਮੀਨ ਦਾ ਹਾਲੇ ਜਨਮ ਨਹੀਂ ਹੋਇਆ। ਸੋ ਅਸੀਂ ਕਿਉਂ ਦੇਖਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚ ਕਿ ਬਿਨਯਾਮੀਨ ਔਰ ਉਸ ਦਾ ਦੂਸਰੇ ਪਾਸੇ ਜਿਹੜਾ ਉਸਦਾ ਯਹੂਦਾ ਆ, ਇਹ ਗਾਂ ਜਾ ਕੇ ਇਸਰਾਇਲ ਜਿਹੜਾ ਯਹੂਦਾ ਦਾ ਹਿੱਸਾ ਬਣੇ, ਜਿਹਨਾਂ ਦੇ ਵਿੱਚ ਦਾਊਦ ਪੈਦਾ ਹੋਇਆ ਔਰ ਸਾਰੇ ਰਾਜੇ ਪੈਦਾ ਹੋਏ। ਸੋ ਉਹਨਾਂ ਚੀਜ਼ਾਂ ਨੂੰ ਅਸੀਂ ਅੱਗੇ ਜਾ ਕੇ ਦੇਖਾਂਗੇ, ਫਿਰ ਅਸੀਂ ਪਿੱਛੇ ਆਵਾਂਗੇ, ਫਿਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਾਂਗੇ। ਲੇਕਿਨ ਉਹਨਾਂ ਨੇ ਦੇਖੋ ਕਿੱਡਾ ਵੱਡਾ ਗਲਤ ਕੰਮ ਕੀਤਾ। ਪਰ ਇਹ ਮੁਸੀਬਤ ਯਾਕੂਬ ਆਪਣੇ ਉੱਪਰ ਆਪ ਲੈ ਕੇ ਆਇਆ। ਉਸਨੇ ਪ੍ਰਭੂ ਨੂੰ ਕਿਹਾ ਸੀ, ਮੈਂ ਕਿੱਥੇ ਵਸੂੰਗਾ ਜਿਸਲੇ ਮੈਂ ਵਾਪਸ ਆਊਂਗਾ, ਔਰ ਜਿਸਲੇ ਮੈਂ ਜੋ ਕੁਝ ਤੂੰ ਮੈਨੂੰ ਦੇਂਗਾ, ਅਗਰ ਤੂੰ ਮੈਨੂੰ ਵਾਪਸ ਲੈ ਕੇ ਆਏਗਾ, ਤੇ ਉਸਨੇ ਪ੍ਰਭੂ ਨੂੰ ਕਿਹਾ ਸੀ, ਮੈਂ ਇੱਥੇ ਆਪਣੇ ਡੇਰੇ ਲਾਊਂਗਾ, ਇੱਥੇ ਤੇਰੀ ਬੇਦੀ ਬਣਾਉਂਗਾ। ਬੇਦੀ ਬਣਾਉਣ ਦਾ ਮਤਲਬ ਮੈਂ ਡੇਰੇ ਲਾਊਂਗਾ, ਮੈਂ ਇੱਥੇ ਰਹੂੰਗਾ। ਲੇਕਿਨ ਪ੍ਰਭੂ ਫਿਰ ਵੀ ਤਿਆਗੂਗਾ। ਹੁਣ ਪ੍ਰਭੂ ਦੀ ਆਵਾਜ਼ ਮੁੜ ਕੇ ਉਸਨੂੰ ਸੁਣਨ ਦਾ ਮੌਕਾ ਮਿਲਿਆ, ਜਿਸ ਨੂੰ ਅਸੀਂ ਥਿਆਫਨੀ ਕਹਿੰਦੇ, ਤੇ ਪ੍ਰਭੂ ਦੀ ਆਵਾਜ਼ ਉਸਨੂੰ ਲਿਟਰਲੀ ਸੁਣਾਈ ਦਿੱਤੀ ਔਰ ਪ੍ਰਭੂ ਨੇ ਉਸਦੀ ਹੁਣ ਮਦਦ ਕਰਨ ਜਾ ਰਿਹਾ। ਸੋ ਆਓ ਅਸੀਂ ਇਸ ਨੂੰ ਪਹਿਲੀਆਂ 4 ਆਇਤਾਂ ਅਸੀਂ ਦੇਖਾਂਗੇ, ਔਰ ਜਿਸ ਦੇ ਵਿੱਚ ਬਹੁਤ ਇੱਕ ਇੰਪੋਰਟੈਂਟ ਚੀਜ਼ ਆ। ਆਓ ਇਸ ਨੂੰ ਅੱਗੇ ਦੇਖੀਏ। ਪਰਮੇਸ਼ਰ ਦਾ ਯਾਕੂਬ ਨੂੰ ਬੈਤੇਲ ਦੀ ਥਾਂ ਤੇ ਅਸੀਸ ਦੇਣਾ। ਪਰਮੇਸ਼ਰ ਨੇ ਯਾਕੂਬ ਨੂੰ ਕਿਹਾ, ਤੂੰ ਉੱਠ ਅਤੇ ਬੈਤੇਲ ਨੂੰ ਜਾ ਅਤੇ ਉੱਥੇ ਰਹਿ। ਉੱਥੇ ਤੂੰ ਆਪਣੇ ਉਸ ਪਰਮੇਸ਼ਰ ਲਈ ਬੇਦੀ ਬਣਾਉਣਾ ਜਿਸ ਨੇ ਤੈਨੂੰ ਉਸ ਸਮੇਂ ਦਰਸ਼ਨ ਦਿੱਤੇ ਸਨ, ਜਦੋਂ ਤੂੰ ਆਪਣੇ ਭਰਾ ਈਸਾਊ ਤੋਂ ਡਰਦਾ ਫਰਾਰ ਹੋ ਰਿਹਾ ਸਾਂ। ਯਾਕੂਬ ਨੇ ਆਪਣੇ ਘਰ ਦੇ ਸਭ ਲੋਕਾਂ ਅਤੇ ਜੋ ਦੂਜੇ ਉਸ ਦੇ ਨਾਲ ਸਨ ਆਖਿਆ, ਆਪਣੇ ਵਿਚਕਾਰੋਂ ਪਰਾਏ ਬੁੱਤਾਂ ਨੂੰ ਦੂਰ ਕਰ ਦੇਵੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ।
ਆਪਣੇ ਆਪ ਨੂੰ ਸ਼ੁੱਧ ਕਰੋ, ਆਪਣੇ ਕੱਪੜਿਆਂ ਤੱਕ ਬਦਲ ਲਵੋ। ਅਸੀਂ ਬੈਤੇਲ ਦੀ ਥਾਂ ਤੇ ਜਾਵਾਂਗੇ ਅਤੇ ਉੱਥੇ ਮੈਂ ਪਰਮੇਸ਼ਰ ਦੇ ਲਈ ਇੱਕ ਬੇਦੀ ਬਣਾਵਾਂਗਾ, ਜਿਸ ਨੇ ਮੇਰੇ ਦੁੱਖ ਸਮੇਂ ਅਤੇ ਜਿੱਥੇ ਵੀ ਮੈਂ ਗਿਆ ਸਾਂ ਮੇਰਾ ਸਾਥ ਦਿੱਤਾ ਹੈ। ਇਸ ਲਈ ਉਹਨਾਂ ਆਪਣੇ ਸਾਰੇ ਪਰਾਏ ਬੁੱਤ ਅਤੇ ਆਪਣੇ ਕੰਨਾਂ ਦੇ ਮੁੰਦਰੇ ਯਾਕੂਬ ਨੂੰ ਦਿੱਤੇ, ਜੋ ਉਸਨੇ ਲੈ ਕੇ ਸ਼ਕਮ ਦੇ ਲਾਗੇ ਇੱਕ ਬਲੂਤ ਦੇ ਰੁੱਖ ਦੇ ਹੇਠ ਦੱਬ ਦਿੱਤੇ। ਆਮੀਨ। ਸੋ ਇਹਦਾ ਮਤਲਬ ਜੇ ਉਹ ਸ਼ਕਮ ਦੇ ਇਲਾਕੇ ਦੇ ਵਿੱਚ ਰਹਿ ਰਿਹਾ ਸੀ ਤਾਂ ਉਸਨੇ ਸ਼ਕਮ ਦੇ ਇਲਾਕੇ ਦੇ ਜਿਹੜੇ ਨੌਕਰ ਉਹਦੇ ਕੋਲ ਆਏ ਜਾਂ ਉੱਥੇ ਦੇ ਜਿਹੜੇ ਲੋਕ ਉਹਦੇ ਕੋਲ ਆਏ, ਉਸਨੇ ਉਹ ਸਾਰੀਆਂ ਚੀਜ਼ਾਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਇੰਨੀ ਕੁ ਛੋਟ ਉਸਨੇ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਪਰਾਏ ਦੇਵਤਿਆਂ ਨੂੰ ਲਿਆ ਕੇ, ਮੂਰਤੀਆਂ ਨੂੰ ਲਿਆ ਕੇ ਮੂਰਤੀ ਪੂਜਾ ਹੋ ਰਹੀ ਸੀ ਉਸ ਗਰੁੱਪ ਦੇ ਵਿੱਚ। ਔਰ ਉਹਦੇ ਵਿੱਚ ਉਹਨਾਂ ਨੇ ਕੰਨ ਪੜਵਾਏ ਸੀ ਜਿਨ੍ਹਾਂ ਨੇ ਔਰ ਜਿਹੜੇ ਉਹ ਨਾਥਾਂ ਦੀ ਪੂਜਾ ਕਰਦੇ ਪਏ ਸੀ ਉਹ ਵੀ ਉੱਥੇ ਸੀਗੇ। ਹੁਣ ਫਾਈਨਲੀ ਜਿਸਲੇ ਪਰਮੇਸ਼ਰ ਨੇ ਉਸਨੂੰ ਆਵਾਜ਼ ਦਿੱਤੀ ਆ ਤੇ ਹੁਣ ਉਸਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਆਪਣੇ ਪਰਾਏ ਜਿਹੜੇ ਤੁਹਾਡੇ ਕੋਲ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਿਹਨਾਂ ਨੂੰ ਤੁਸੀਂ ਪੂਜਦੇ ਆ, ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦਿਓ। ਔਰ ਅਗਰ ਜਿਹੜੇ ਤੁਸੀਂ ਮੁੰਦਰੇ ਪਾਏ ਹੋ ਆ ਦੂਜਿਆਂ ਦੇਵਤਿਆਂ ਦੇ ਨਾਂ ਤੇ, ਉਸਨੂੰ ਦੂਰ ਕਰ ਦਿਓ। ਮੁੰਦਰਾ ਪਾਉਣ ਦਾ ਮਤਲਬ ਇਹ ਹੁੰਦਾ ਸੀ, ਕੰਨ ਦੇ ਵਿੱਚ ਮੁੰਦਰਾ ਪਾਉਣ ਦਾ ਮਤਲਬ ਇਹ ਹੁੰਦਾ ਸੀ ਕਿ ਇਸ ਦੇਵਤੇ ਦੀ ਆਵਾਜ਼ ਹੀ ਅੱਜ ਤੋਂ ਮੈਂ ਸੁਣਿਆ ਕਰੂੰਗਾ। ਔਰ ਪੈਰ ਦੇ ਵਿੱਚ ਕੜਾ ਪਾਉਣ ਦੀ ਜਿਹੜਾ ਰਿਵਾਜ ਸੀ ਉਹ ਸੀਗਾ ਕਿ ਮੈਂ ਇਹਦੇ ਦੱਸੇ ਹੋਏ ਮਾਰਗਾਂ ਦੇ ਉੱਤੇ ਚੱਲੂਗਾ। ਕਸਮ ਖਾਧੀ ਹੁੰਦੀ ਸੀ। ਉਸਨੇ ਕਿਹਾ ਸੀ ਉਹ ਸਾਰੀਆਂ ਚੀਜ਼ਾਂ ਹੁਣ ਲਾ ਦਿਓ। ਹੁਣ ਮੈਂ ਬੈਤੇਲ ਦੇ ਵਿੱਚ ਜਾ ਰਿਹਾ, ਪ੍ਰਭੂ ਦੇ ਘਰ ਜਾ ਰਿਹਾ। ਤੇ ਸਕੋਥ ਦੇ ਵਿੱਚ ਪਹਿਲਾਂ ਕਿਉਂ ਨਹੀਂ ਲਹਾਏ? ਢਿੱਲਾ ਪੈ ਗਿਆ ਸੀ, ਔਰ ਜਿਸ ਦੇ ਕਾਰਨ ਇਹ ਸਾਰੀਆਂ ਚੀਜ਼ਾਂ ਹੋਈਆਂ। ਸੋ ਕੱਲਾ ਇਹੋ ਹੀ ਨਹੀਂ ਕਿ ਉਹ ਰਸਤੇ ਦੇ ਵਿੱਚ ਰੁਕ ਗਿਆ, ਪਲੱਸ ਇਹ ਕਿ ਆਹ ਚੀਜ਼ਾਂ ਵੀ ਉਹਦੇ ਤੰਬੂ ਦੇ ਵਿੱਚ ਹੋ ਰਹੀਆਂ ਸੀ। ਉਹਦੀ ਨਿਗਾਹਬਾਨੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀ। ਹੁਣ ਫਾਈਨਲੀ ਉਸਨੇ ਆਪਣੇ ਆਪ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਡੈਡੀਕੇਟ ਕੀਤਾ, ਸਭ ਕੁਛ ਲਹਾਇਆ। ਉੱਥੇ ਉਸਨੇ ਬਲੂਤ ਦੇ ਦਰਖਤ ਦੇ ਥੱਲੇ ਉਹ ਸਾਰੀਆਂ ਚੀਜ਼ਾਂ ਦੱਬ ਕੇ ਹੁਣ ਉਹ ਲੈ ਕੇ ਆਪਣੇ ਲੋਕਾਂ ਨੂੰ ਅੱਗੇ ਤੁਰਿਆ। ਸੋ ਆਓ ਅਸੀਂ ਹੁਣ 5 ਆਇਤ ਤੋਂ ਲੈ ਕੇ ਇਸ ਨੂੰ 15 ਆਇਤ ਤੱਕ ਦੇਖਾਂਗੇ, ਔਰ ਕੱਲ ਨੂੰ ਫਿਰ ਅਸੀਂ ਰਾਖੇਲ ਦੇ ਬਾਰੇ ਦੇਖਾਂਗੇ, ਉਸਦੀ ਮੌਤ ਦੇ ਬਾਰੇ ਦੇਖਾਂਗੇ, ਔਰ ਬਿਨਯਾਮੀਨ ਦਾ ਜਨਮ ਹੋਇਆ ਉਸਨੂੰ ਦੇਖਾਂਗੇ। 5 ਆਇਤ ਤੋਂ ਲੈ ਕੇ ਅਸੀਂ 15 ਆਇਤ ਤੱਕ ਪੜਾਂਗੇ। ਅੱਜ ਅਸੀਂ ਇੰਨਾ ਹੀ ਪੂਰਾ ਕਰਾਂਗੇ। ਜਦੋਂ ਯਾਕੂਬ ਆਪਣੇ ਲੋਕਾਂ ਨਾਲ ਉੱਥੋਂ ਤੁਰਿਆ ਤਾਂ ਆਲੇ ਦੁਆਲੇ ਦੇ ਲੋਕਾਂ ਤੇ ਇੱਕ ਵੱਡਾ ਪੈਸ਼ ਆ ਗਿਆ। ਇਸ ਲਈ ਉਹਨਾਂ ਯਾਕੂਬ ਦੇ ਲੋਕਾਂ ਦਾ ਪਿੱਛਾ ਨਾ ਕੀਤਾ। ਯਾਕੂਬ ਆਪਣੇ ਲੋਕਾਂ ਸਮੇਤ ਲੂਜ ਅਰਥਾਤ ਬੈਤੇਲ ਦੀ ਥਾਂ ਤੇ ਪਹੁੰਚ ਗਿਆ। ਉੱਥੇ ਯਾਕੂਬ ਨੇ ਇੱਕ ਬੇਦੀ ਬਣਾ ਕੇ ਉਸ ਥਾਂ ਦਾ ਨਾਮ ਬੈਤੇਲ ਦਾ ਪਰਮੇਸ਼ਰ ਰੱਖ ਦਿੱਤਾ, ਕਿਉਂਕਿ ਉੱਥੇ ਹੀ ਉਸਨੇ ਉਸ ਪਰਮੇਸ਼ਰ ਦੇ ਦਰਸ਼ਨ ਕੀਤੇ ਸਨ ਜਦੋਂ ਉਹ ਆਪਣੇ ਭਰਾ ਤੋਂ ਡਰ ਦੇ ਮਾਰੇ ਫਰਾਰ ਹੋ ਰਿਹਾ ਸੀ। ਉੱਥੇ ਰਿਬਕਾ ਦੀ ਦਾਈ ਦਬੋਰਾ ਮਰ ਗਈ, ਜਿਸ ਨੂੰ ਉਹਨਾਂ ਬੈਤੇਲ ਦੇ ਇੱਕ ਬਲੂਤ ਦੇ ਰੁੱਖ ਹੇਠਾਂ ਦੱਬ ਦਿੱਤਾ। ਉਸ ਦਾ ਨਾਂ ਸੋਗੀ ਬਲੂਤ ਪੈ ਗਿਆ। ਜਦੋਂ ਯਾਕੂਬ ਪਦਨ ਅਰਾਮ ਤੋਂ ਮੁੜਿਆ ਤਾਂ ਪਰਮੇਸ਼ਰ ਨੇ ਉਸਨੂੰ ਦੁਬਾਰਾ ਦਰਸ਼ਨ ਦੇ ਕੇ ਉਸਨੂੰ ਅਸੀਸ ਦਿੱਤੀ। ਪਰਮੇਸ਼ਰ ਨੇ ਉਸਨੂੰ ਕਿਹਾ, ਤੇਰਾ ਨਾਂ ਯਾਕੂਬ ਹੈ, ਪਰ ਅੱਗੇ ਤੋਂ ਤੇਰਾ ਨਾਂ ਯਾਕੂਬ ਨਹੀਂ ਹੋਵੇਗਾ, ਸਗੋਂ ਇਜ਼ਰਾਈਲ ਹੋਵੇਗਾ। ਸੋ ਯਾਕੂਬ ਦਾ ਨਾਂ ਇਜ਼ਰਾਈਲ ਪੈ ਗਿਆ। ਪਰਮੇਸ਼ਰ ਨੇ ਯਾਕੂਬ ਨੂੰ ਅੱਗੇ ਕਿਹਾ, ਮੈਂ ਪਰਮ ਪ੍ਰਧਾਨ ਪਰਮੇਸ਼ਰ ਹਾਂ, ਤੂੰ ਵੱਧ ਫੁੱਲ, ਤੇਰੇ ਤੋਂ ਇੱਕ ਵੱਡੀ ਕੌਮ, ਸਗੋਂ ਕੌਮਾਂ ਪੈਦਾ ਹੋਣਗੀਆਂ। ਤੇਰੀ ਕੁੱਲ ਵਿੱਚੋਂ ਕਈ ਰਾਜੇ ਪੈਦਾ ਹੋਣਗੇ। ਜੋ ਧਰਤੀ ਮੈਂ ਅਬਰਾਹਮ ਤੇ ਇਸਹਾਕ ਨੂੰ ਦਿੱਤੀ ਸੀ, ਤੈਨੂੰ ਅਤੇ ਪਿੱਛੋਂ ਆਉਣ ਵਾਲੀ ਤੇਰੀ ਸੰਤਾਨ ਨੂੰ ਦੇਵਾਂਗਾ। ਇਹ ਕਹਿ ਕੇ ਪਰਮੇਸ਼ਰ ਯਾਕੂਬ ਕੋਲੋਂ ਚਲਾ ਗਿਆ। ਯਾਕੂਬ ਨੇ ਉਸ ਥਾਂ ਤੇ ਜਿੱਥੇ ਪਰਮੇਸ਼ਰ ਨੇ ਉਸ ਨਾਲ ਗੱਲ ਕੀਤੀ ਸੀ, ਇੱਕ ਪੱਥਰ ਥੰਮ ਦੀ ਸ਼ਕਲ ਵਿੱਚ ਖੜਾ ਕਰ ਦਿੱਤਾ ਤੇ ਉਸਦੇ ਦਾਖਸਾਰ ਅਤੇ ਤੇਲ ਡੋਲਿਆ। ਯਾਕੂਬ ਨੇ ਉਸ ਥਾਂ ਦਾ ਨਾਂ ਜਿੱਥੇ ਉਸਨੇ ਪਰਮੇਸ਼ਰ ਦੇ ਦਰਸ਼ਨ ਕੀਤੇ ਸਨ, ਬੈਤੇਲ ਰੱਖਿਆ। ਆਮੀਨ। ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਰਿਬਕਾ ਜਿਹੜੀ ਉਸਦੀ ਯਾਕੂਬ ਦੀ ਮਾਂ ਆ, ਉਸਦੀ ਜਿਹੜੀ ਦਾਸੀ ਆ ਉਹ ਯਾਕੂਬ ਦੇ ਨਾਲ ਆ, ਔਰ ਮਾਂ ਨੇ
ਆਪ ਉਹ ਮਾਂ-ਬਾਪ ਜਿਹੜੇ ਰਹਿ ਰਹੇ ਆ ਉਹ ਬੇਸਿਕਲੀ ਈਸੋ ਦੀ ਨਿਗਾਹਬਾਨੀ ਦੇ ਵਿੱਚ ਆ, ਯਾਨੀ ਕਿਸੇ ਡਰ ਦੇ ਮਾਰੇ ਨਹੀਂ ਰਹਿ ਰਹੇ, ਕਿਉਂਕਿ ਉੱਥੇ ਉਹਨਾਂ ਦੀਆਂ ਸਾਰੀਆਂ ਭੇਡਾਂ ਜੋ ਕੁਛ ਅਬਰਾਹਮ ਨੇ ਉਸਨੂੰ ਦਿੱਤਾ ਸਾਰਾ ਕੁਛ ਉੱਥੇ ਆ, ਸੋ ਉਹਨਾਂ ਦਾ ਹੱਕ ਆ ਉੱਥੇ ਰਹਿਣ ਦਾ। ਲੇਕਿਨ ਮਾਂ ਨੇ ਆਪਣੀ ਜਿਹੜੀ ਦਾਈ ਸੀਗੀ ਉਹ ਉਸਨੇ ਇੱਥੇ ਇਹਦੀ ਦੇਖ ਰੇਖ ਦੇ ਲਈ ਘੱਲ ਦਿੱਤੀ ਸੀ, ਆਪਣੇ ਪੁੱਤਰ ਦੀ, ਦੂਸਰੇ ਪੁੱਤਰ ਦੀ ਦੇਖ ਰੇਖ ਦੇ ਲਈ ਘੱਲ ਦਿੱਤੀ ਸੀ। ਸੋ ਰਿਬਕਾ ਦੀ ਦਾਈ ਜਿਹੜੀ ਸੀ ਉਹ ਮਰ ਗਈ, ਕਿਉਂਕਿ ਜਿਹੜੀ ਰਿਬਕਾ ਦੀ ਜਿਹੜੀ ਦਾਈ ਸੀ ਇਹ ਯਾਕੂਬ ਤੇ ਉਹਦਾ ਭਰਾ ਈਸੋ ਉਹਦੀ ਗੋਦੀ ਦੇ ਵਿੱਚ ਦੋਨੇ ਪੜੇ ਸੀ। ਬਹੁਤ ਸਾਰੀਆਂ ਬਾਈਬਲ ਦੀਆਂ ਚੀਜ਼ਾਂ ਅਗਰ ਸਾਰੀਆਂ ਹੀ ਲਿਖੀਆਂ ਜਾਂਦੀਆਂ ਤੇ ਇਹ ਬਾਈਬਲ ਮੇਰੇ ਖਿਆਲ ਆਪਣੇ ਆਪ ਕੋ ਜਿਹੜੀ ਇਹ ਮੋਟੀ ਆ, ਇਹਦੇ ਨਾਲ ਦੀਆਂ 20 ਹੋਰ ਹੁੰਦੀਆਂ, ਲੇਕਿਨ ਇਹ ਦੋਨਾਂ ਹੀ ਉਸ ਦੀ ਗੋਦੀ ਦੇ ਵਿੱਚ ਪੜੇ ਹੋ ਸੀ। ਸੋ ਉਸਨੇ बेशक याकूब आप बुढ़ा हो चुका, लेकिन फिर भी उसने अपनी दाई ਨੂੰ ਕਿਹਾ ਕਿ ਤੂੰ ਮੇਰੇ ਨਾਲ ਰਹਿ, ਔਰ ਉਹ ਹੁਣ ਮਰ ਗਈ, ਬੇਸਿਕਲੀ ਮਾਂ ਦੇ ਬਰਾਬਰ ਸੀ। ਸੋ ਉਸਨੇ ਉੱਥੇ ਸੋਗ ਕੀਤਾ, ਉਸਨੂੰ ਦਫਨਾ ਦਿੱਤਾ, ਔਰ ਉਸ ਦਰਖਤ ਦਾ ਨਾਂ ਹੀ ਸੋਗੀ ਬਲੂਤ ਪੈ ਗਿਆ। ਔਰ ਜਦੋਂ ਅਸੀਂ ਅੱਗੇ ਦੇਖਦੇ ਹਾਂ ਤੇ ਪ੍ਰਭੂ ਨੇ ਉਸਨੂੰ ਇੱਕ ਵਾਰ ਫਿਰ ਦਰਸ਼ਨ ਦੇ ਕੇ ਉਹ ਨੇਮ ਦੁਹਰਾਇਆ ਜੋ ਉਸਨੇ ਉਸਦੇ ਨਾਲ ਬੰਨਿਆ ਸੀ। ਇਸੇ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਉਹੀ ਨੇਮ ਦੇਖੋ ਚੱਲਿਆ ਆ ਰਿਹਾ, ਇੱਕੋ ਹੀ ਨੇਮ ਚੱਲਿਆ ਆ ਰਿਹਾ। ਔਰ ਪ੍ਰਭੂ ਨੇ ਆਪਣਾ ਨੇਮ ਨੂੰ ਦੁਹਰਾਇਆ। ਪਰਮੇਸ਼ਰ ਨੇ ਕਿਹਾ ਤੇਰਾ ਨਾਂ ਯਾਕੂਬ ਨਹੀਂ, ਪਰ ਅੱਗੇ ਤੋਂ ਤੇਰਾ ਨਾਂ ਤੇ ਸਗੋਂ ਇਜ਼ਰਾइल ਹੋਵੇਗਾ। ਤੇਰਾ ਨਾਂ ਅਬਰਾਮ ਨਹੀਂ, ਅੱਗੇ ਤੋਂ ਅਬਰਾਹਾਮ ਹੋਏਗਾ। ਠੀਕ, ਸੋ ਪ੍ਰਭੂ ਨੇ ਉਸ ਦੇ ਨਾਲ ਆਪਣਾ ਨੇਮ ਬੰਨਿਆ। ਪਰਮੇਸ਼ਰ ਨੇ ਯਾਕੂਬ ਨੂੰ ਅੱਗੇ ਕਿਹਾ ਮੈਂ ਪਰਮ ਪ੍ਰਧਾਨ ਪਰਮੇਸ਼ਰ ਹਾਂ, ਤੂੰ ਵੱਧ ਫੁੱਲ, ਤੇਰੇ ਤੋਂ ਇੱਕ ਵੱਡੀ ਕੌਮ, ਸਗੋਂ ਕੌਮਾਂ ਪੈਦਾ ਹੋਣਗੀਆਂ, ਤੇਰੇ ਕੁਲ ਦੇ ਵਿੱਚੋਂ ਕਈ ਰਾਜੇ ਪੈਦਾ ਹੋਣਗੇ। ਜੋ ਧਰਤੀ ਮੈਂ ਅਬਰਾਹਮ ਔਰ ਇਜ਼ਾਕ ਨੂੰ ਦਿੱਤੀ ਸੀ, ਤੈਨੂੰ ਅਤੇ ਇਸ ਦੇ ਪਿੱਛੋਂ ਤੇਰੀ ਆਉਣ ਵਾਲੀ ਸੰਤਾਨ ਨੂੰ ਦੇਵਾਂਗਾ। ਇਹ ਕਹਿ ਕੇ ਪਰਮੇਸ਼ਰ ਨੇ ਯਾਕੂਬ ਦੇ ਕੋਲ ਚਲਾ ਗਿਆ ਅਤੇ ਯਾਕੂਬ ਨੇ ਉਸ ਥਾਂ ਤੇ ਜਿੱਥੇ ਪਰਮੇਸ਼ਰ ਨੇ ਉਸ ਦੇ ਨਾਲ ਗੱਲ ਕੀਤੀ ਸੀ ਇੱਕ ਪੱਥਰ ਥੰਮ ਦੀ ਸ਼ਕਲ ਦੇ ਵਿੱਚ ਖੜਾ ਕਰ ਦਿੱਤਾ ਅਤੇ ਉਸ ਤੇ ਦਾਖਸਾਰ ਅਤੇ ਤੇਲ ਡੋਲਿਆ ਅਤੇ ਯਾਕੂਬ ਨੇ ਉਸ ਥਾਂ ਦਾ ਨਾਮ ਜਿੱਥੇ ਉਸਨੇ ਪਰਮੇਸ਼ਰ ਦੇ ਦਰਸ਼ਨ ਕੀਤੇ ਸਨ ਬੈਤੇਲ ਰੱਖਿਆ, ਪਰਮੇਸ਼ਰ ਦਾ ਘਰ। ਔਰ ਉੱਥੇ ਉਸ ਇਲਾਕੇ ਦੇ ਵਿੱਚ ਉਹ ਵਸ ਗਿਆ। ਬੜਾ ਬਿਊਟੀਫੁਲ। ਦੇਖੋ ਕਿੱਦਾਂ ਪ੍ਰਭੂ ਉਸ ਦੇ ਨਾਲ 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 ਚੱਲਦਾ ਪਿਆ। ਜਿਸ ਲਈ ਉਹ ਆਪਣੇ ਇਰਾਕ ਤੋਂ ਚੱਲਿਆ ਸੀ ਔਰ ਜਿਸ ਲਈ ਉਹਦੇ ਪਿੱਛੇ ਉਸਦਾ ਸਹੁਰਾ ਜਿਸ ਲਈ ਹੱਥ ਧੋ ਕੇ ਪਿਆ ਸੀ ਤੇ ਪ੍ਰਭੂ ਨੇ ਉਸਦਾ ਮੂੰਹ ਬੰਦ ਕਰ ਦਿੱਤਾ। ਅੱਗੇ ਭਰਾ ਦਾ ਡਰ ਸੀ ਤੇ ਪ੍ਰਭੂ ਨੇ ਉਹਦਾ ਦਿਲ ਮੋਮ ਕਰ ਦਿੱਤਾ। ਇੱਥੇ ਆ ਕੇ ਉਸਦੇ ਬੱਚਿਆਂ ਨੇ ਗਲਤੀ ਕੀਤੀ ਤੇ ਪ੍ਰਭੂ ਨੇ ਲੋਕਾਂ ਦੇ ਦਿਲ ਦੇ ਵਿੱਚ ਡਰ ਪੈਦਾ ਕਰ ਦਿੱਤਾ। ਜਿਸ ਜਗ੍ਹਾ ਦੇ ਵਿੱਚ ਜਾ ਕੇ ਉਹ ਬਸਿਆ, ਪ੍ਰਭੂ ਨੇ ਉਸਨੂੰ ਬਰਕਤ ਦਿੱਤੀ, ਪ੍ਰਭੂ ਨੇ ਉਸਨੂੰ ਬਰਕਤ ਦਿੱਤੀ। ਔਰ ਇਸ ਤਰੀਕੇ ਦੇ ਨਾਲ ਸਾਡਾ ਪ੍ਰਭੂ ਸਾਡੇ ਨਾਲ ਚੱਲਦਾ। ਸਿੰਪਲ। ਇਸ ਕਰਕੇ ਮੈਂ ਕਦੀ ਨਹੀਂ ਕਿਹਾ ਕਿ ਤੁਹਾਨੂੰ ਮੈਂ ਬਹੁਤ ਇੱਕ ਡੂੰਘੀ ਗੱਲ ਦੱਸੂਗਾ, ਕਿਉਂਕਿ there is nothing too deep। ਜਿੱਦਾਂ ਦੇ ਅਸੀਂ ਸਿੰਪਲ ਇਨਸਾਨ ਆ, ਪ੍ਰਭੂ ਉਸੇ ਤਰ੍ਹਾਂ ਹੀ ਸਾਡੇ ਨਾਲ ਚੱਲਦਾ, ਉਸੇ ਨਾਲ ਸਾਡੇ ਨਾਲ ਚੱਲਦਾ। ਕਿੰਨੇ ਉਸਨੇ ਦੇਖੋ ਆਲਰੇਡੀ ਤੁਸੀਂ ਦੇਖੋ ਕਿੰਨੇ ਪਾਪਾਂ ਨੂੰ, ਇਹਨਾਂ ਦੇ ਪਾਪਾਂ ਨੂੰ ਮਾਫ ਕਰਦਾ ਪਿਆ। ਕਿੱਦਾਂ ਪ੍ਰਭੂ ਇਹਨਾਂ ਦਾ ਬਚਾਅ ਕਰਦਾ ਪਿਆ, ਕਿਉਂਕਿ ਇਹਨਾਂ ਤੋਂ ਪ੍ਰਭੂ ਨੇ ਇੱਕ ਵੱਡੀ ਕੌਮ ਤਿਆਰ ਕਰਨੀ ਹੈ। ਸੋ ਕੱਲ ਨੂੰ ਅਸੀਂ ਜਿਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਆਵਾਂਗੇ, ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਾਂਗੇ। ਇਸਹਾਕ ਹਾਲੇ ਤੱਕ ਜੀਂਦਾ ਆ, ਸੋ ਅਸੀਂ ਇਸਹਾਕ ਦੇਖਾਂਗੇ। ਇੱਕ ਟ੍ਰੈਜੇਡੀ ਦੇਖਾਂਗੇ ਕਿ ਇਸ ਦੀ ਪਤਨੀ ਰਾਖੇਲ ਦੂਸਰੇ ਬੱਚੇ ਨੂੰ ਜਨਮ ਦਿੰਦੀ, ਉਹ ਮਰ ਗਈ, ਉਸਦੀ ਮੌਤ ਹੋ ਗਈ। ਔਰ ਫਿਰ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਜਿਸ ਤਰ੍ਹਾਂ
ਇੱਥੇ ਯਾਕੂਬ ਦੇ ਨਾਲ ਪ੍ਰਭੂ ਨੂੰ ਪਤਾ ਕਿ ਹੁਣ ਅਗਲਾ ਕਦਮ ਕੀ ਆ। ਪ੍ਰਭੂ ਉਸ ਕਦਮ ਦੀ ਹੁਣ ਤਿਆਰੀ ਕਰਨ ਜਾ ਰਿਹਾ, ਉਸ ਕਦਮ ਦੀ ਤਿਆਰੀ ਕਰਨ ਜਾ ਰਿਹਾ। ਯਾਕੂਬ ਦੇ ਰਾਹੀਂ ਉਹ ਪਵਿੱਤਰ ਲਹੂ ਅੱਗੇ ਵਧਣਾ ਤੇ ਯੂਸਫ ਦੇ ਰਾਹੀਂ ਉਹ ਤਿਆਰੀ ਕੀਤੀ ਜਾਣੀ। ਸੋ ਅਸੀਂ ਦੋ ਚੀਜ਼ਾਂ ਨੂੰ ਸਾਈਡ ਬਾਈ ਸਾਈਡ ਕੱਲ ਨੂੰ ਦੇਖਾਂਗੇ। ਔਰ ਇੱਥੋਂ ਦੇਖੋ ਕਿੱਦਾਂ ਪਤਾ ਲੱਗਦਾ, ਕਿੰਨਾ ਪਰਸਨਲ ਆ ਪ੍ਰਭੂ, ਕਿੱਦਾਂ ਸਾਡੇ ਨਾਲ ਚੱਲਦਾ। ਜੇ ਸੁਰਤਾਲ ਵਿਗਾੜ ਲੈਂਦੇ ਤਾਂ ਅਸੀਂ ਆਪ ਹੀ ਵਿਗਾੜ ਲੈਂਦੇ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਪ੍ਰਭੂ ਸਾਡੀ ਡੱਬੀ ਦੇ ਵਿੱਚ ਬੰਦ ਹੋ ਜਾਵੇ ਔਰ ਜਿਸ ਲਈ ਉਸਨੂੰ ਕੁਝ ਕਹੀਏ ਤੇ ਉਹ ਉਦਾਂ ਹੀ ਕਰੇ ਤੇ ਮਾਰਗ ਸਾਡੇ ਆਪਣੇ ਹੋਣ। ਜਦ ਉਸਨੇ ਆਪਣੇ ਮਾਰਗਾਂ ਨੂੰ ਪ੍ਰਭੂ ਦੇ ਮਾਰਗਾਂ ਤੋਂ ਦੂਰ ਕੀਤਾ ਤੇ ਉੱਥੇ ਬਰਕਤ ਨਹੀਂ ਆਈ। ਔਰ ਜਿਸ ਲਈ ਉਸਨੇ ਪ੍ਰਭੂ ਦੇ ਮਾਰਗ ਤੇ ਜਿਹੜਾ ਉਸਨੇ ਦਿਖਾਇਆ ਸੀ, ਜੋ ਵਾਅਦਾ ਸੀ, ਉੱਤੇ ਤੁਰਿਆ ਤੇ ਪ੍ਰਭੂ ਦੀ ਆਵਾਜ਼ ਵੀ ਆਈ, ਪ੍ਰਭੂ ਦੀ ਬਰਕਤ ਵੀ ਆਈ। Let us pray. ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਅਸੀਂ ਤੇਰੇ ਇਸ ਪਵਿੱਤਰ ਵਚਨ ਦੇ ਲਈ, ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਪ੍ਰਭੂ ਤੇਰਾ ਸਾਡੇ ਨਾਲ ਤਾਂ ਸਾਡੀ ਧਾਰਮਿਕਤਾ ਨਹੀਂ ਬਲਕਿ ਇੱਕ ਰਿਸ਼ਤਾ ਹੈ। It's not a religion, it's a relation ਜੋ ਤੂੰ ਸਾਡੇ ਨਾਲ ਰੱਖਦਾ ਪਿਆਰੇ ਪ੍ਰਭੂ, ਜੋ ਤੇਰੀ ਦਇਆ ਤੋਂ ਸਾਨੂੰ ਪ੍ਰਾਪਤ ਹੁੰਦਾ। ਕਿਸ ਤਰ੍ਹਾਂ ਤੂੰ ਆਪਣੇ ਬੰਦੇ ਦੇ ਨਾਲ ਚੱਲਦਾ ਪਿਆ, ਕਿਸ ਤਰ੍ਹਾਂ ਤੂੰ ਮਸੀਹ ਦੇ ਕਰਕੇ ਇਹਨਾਂ ਦੇ ਨਾਲ ਚੱਲਦਾ ਪਿਆ, ਔਰ ਇਸੇ ਤਰ੍ਹਾਂ ਮਸੀਹ ਦੇ ਕਰਕੇ ਪ੍ਰਭੂ ਅੱਜ ਵੀ ਤੂੰ ਸਾਡੇ ਨਾਲ ਚੱਲਦਾ ਪਿਆ। ਮੇਰੇ ਭੈਣਾਂ ਭਰਾਵਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਤੂੰ ਜਾਣਦਾ ਪ੍ਰਭੂ ਜੀ। ਆਪਣੀ ਕਿਰਪਾ, ਆਪਣੀ ਦਇਆ ਦੇ ਔਰ ਆਪਣੇ ਖਜ਼ਾਨਿਆਂ ਚੋਂ ਉਹਨਾਂ ਨੂੰ ਪੂਰਾ ਕਰ। ਮਨ ਦੀਆਂ, ਤਨ ਦੀਆਂ, ਆਤਮਾ ਦੇ ਸਾਡੇ ਬੱਚਿਆਂ ਦੇ ਨਾਲ ਬਣੇ, ਖਾਸ ਕਰਕੇ ਉਹਨਾਂ ਬੱਚਿਆਂ ਦੇ ਨਾਲ ਜਿਨ੍ਹਾਂ ਦੇ ਲਈ ਅਸੀਂ ਖਾਸ ਦੁਆ ਕਰਦੇ ਪਏ। ਸਾਡੇ ਘਰਾਣਿਆਂ ਦੇ ਨਾਲ ਬਣਿਆ ਰਹਿ। ਹਿੰਦੁਸਤਾਨ ਦੇ ਵਿੱਚ ਜੋ ਸਾਡੇ ਰਿਸ਼ਤੇਦਾਰ ਆ ਪ੍ਰਭੂ ਜੀ, ਉਹਨਾਂ ਦੇ ਨਾਲ ਤੂੰ ਖਾਸ ਬਣਿਆ ਰਹਿ। ਮੈਂ ਇੱਕ ਵਾਰ ਫਿਰ ਅੱਜ ਪ੍ਰਭੂ ਜੀ ਮਨਦੀਪ ਦੇ ਡੈਡ ਦੇ ਲਈ ਦੁਆ ਕਰਦਾ ਪ੍ਰਭੂ ਜੀ, ਜੋ ਹਸਪਤਾਲ ਦੇ ਵਿੱਚ ਆ, ਇੰਡੀਆ ਦੇ ਵਿੱਚ। ਪ੍ਰਭੂ ਜੀ ਤੇਰਾ ਰਹਿਮ ਵਾਲਾ ਹੱਥ ਔਰ ਤੇਰਾ ਰਾਖੀ ਵਾਲਾ ਹੱਥ ਤੇਰੇ ਬੰਦੇ ਦੇ ਨਾਲ ਬਣਿਆ ਰਹੇ। ਬਾਕੀ ਦਾ ਸਮਾਂ ਪ੍ਰਭੂ ਜੀ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਹਜ਼ੂਰੀ, ਤੇਰੀ ਨਜ਼ਦੀਕੀ, ਤੇਰਾ ਪਿਆਰ ਔਰ ਆਤਮਾ ਦੀ ਭਰਪੂਰੀ ਸਾਡੇ ਸਭ ਦੇ ਨਾਲ ਬਣਿਆ ਰਹੇ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੇ ਔਰ ਛੋਟੇ ਰਸਤੇ ਤੇ ਤੂੰ ਸਾਨੂੰ ਚੱਲਦਾ ਰੱਖੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਔਰ ਸਾਰੇ ਭੈਣ ਭਰਾ ਕਹਿਣ ਅੱਛਾ। ਪ੍ਰਭੂ ਜੀ ਇਸ ਵੇਲੇ ਅਸੀਂ ਆਂਟੀ ਸਤਨਾਮ ਕੌਰ ਨੂੰ ਵੀ ਯਾਦ ਕਰਦੇ ਹਾਂ। ਖੁਦਾਵੰਦ ਉਹ ਵੀ ਹਸਪੀਟਲ ਦੇ ਵਿੱਚ ਇਸ ਵੇਲੇ ਦਾਖਲ ਆ ਔਰ ਪ੍ਰਭੂ ਜੀ ਕਿਡਨੀ ਦੀ ਪ੍ਰੋਬਲਮ ਆ, ਬਹੁਤ ਸਾਰੀਆਂ ਹੋਰ ਪ੍ਰੋਬਲਮਸ ਆ। ਪ੍ਰਭੂ ਜੀ ਤੂੰ ਆਪਣੀ ਬੰਦੀ ਨੂੰ ਛੂ ਔਰ ਉਸ ਨੂੰ ਤੰਦਰੁਸਤੀ ਦਾ ਦਾਨ ਦੇ। ਔਰ ਪ੍ਰਭੂ ਜੀ ਤੇਰੀ ਬੰਦੀ ਬਹੁਤ ਛੋਟੇ ਜਿਹੇ ਸਮੇਂ 'ਚ ਬਹੁਤ ਚੀਜ਼ਾਂ ਦੇ ਵਿੱਚੋਂ ਦੀ ਲੰਘਦੀ ਪਈ ਹੈ। ਖੁਦਾਵੰਦ ਤੂੰ ਉਸ ਦੇ ਉੱਤੇ ਆਪਣਾ ਰਹਿਮ ਕਰ, ਦਇਆ ਕਰ ਔਰ ਤੰਦਰੁਸਤੀ ਵਾਲੇ ਹੱਥ ਦੇ ਨਾਲ ਛੂ ਔਰ ਠਾਲ ਕੇ ਖੜਾ ਕਰ ਦੇ ਮਸੀਹ ਯਿਸੂ ਦੇ ਨਾਮ 'ਚ। ਬਲੈਸ ਯੂ ਆਲ। ਪ੍ਰਭੂ ਤੁਹਾਡੇ ਸਭ ਦੇ ਨਾਲ ਬਣਿਆ ਰਹੇ। ਕੱਲ ਨੂੰ ਸੇਮ ਟਾਈਮ ਆਪਾਂ ਦੁਬਾਰਾ ਮਿਲਾਂਗੇ ਔਰ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਅੱਗੇ ਵਧਾਂਗੇ। ਆਪਣੇ ਇਤਿਹਾਸ ਦੇ ਵਿੱਚ ਜੋ ਅਸੀਂ ਦੇਖਦੇ ਪਏ, ਪ੍ਰਭੂ ਤੁਹਾਡੇ ਨਾਲ ਹੋਵੇ।